ਤੇ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਹਾਂ। ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਭੇਜੀ ਸੀ ਪੰਜਾਬ ਦੇ ਰਾਜਪਾਲ ਨੂੰ ਤੇ ਉਸ ਤੇ ਹੁਣ ਪੰਜਾਬ ਦੇ ਰਾਜਪਾਲ ਦਾ ਵੀ ਜਵਾਬ ਆ ਗਿਆ ਹੈ। ਸੀਐਮ ਦੀ ਚਿੱਠੀ ਤੇ ਰਾਜ ਭਵਨ ਨੇ ਹੁਣ ਸਫਾਈ ਮੰਗੀ ਹੈ ਔਰ ਰਾਜਪਾਲ ਨੇ ਕਿਹਾ ਹੈ ਕਿ ਮੀਡੀਆ 'ਚ ਜਿਹੜੀ ਚਿੱਠੀ ਹੈ ਉਹ ਮੈਨੂੰ ਨਹੀਂ ਮਿਲੀ। ਰਾਜ ਭਵਨ ਨੂੰ ਜਿਹੜੀ ਚਿੱਠੀ ਮਿਲੀ ਹੈ ਉਹ ਅੰਗਰੇਜ਼ੀ 'ਚ ਹੈ। ਪੰਜਾਬੀ ਤੇ ਅੰਗਰੇਜ਼ੀ ਦੋਨਾਂ ਚਿੱਠੀਆਂ 'ਚ ਫਰਕ ਹੈ, ਇਹ ਗੱਲ ਕਹੀ ਗਈ ਹੈ ਪੰਜਾਬ ਦੇ ਰਾਜਪਾਲ ਵੱਲੋਂ कि जो मीडिया चिट्ठी दी गई है जो पंजाबी च लिखी है वो चिट्ठी होर है। दोनों के कंटेंट का फर्क है, दोनों की इबारत का फर्क है, दोनों की शब्दावली का फर्क है। जो चिट्ठियां भेजिया गई ने सीएम वालों जो चिट्ठी भेजी गई है और पंजाब के गवर्नर नूं जो चिट्ठी भेजी गई है वो चिट्ठी कुछ होर है। ये पंजाब के राजपाल ने हुण राजपाल वालों या राज भवन वालों जवाब दिता गया है। उमेश शर्मा साडे सहयोगी जुड़े ने होर जानकारी दे लई। उमेश की कुछ फर्क दस्सिया जा रहा इन्हां चिट्ठियां दे विच? विजय जे ਆਪਾਂ ਗੱਲ ਕਰੀਏ ਕਿ ਪੰਜਾਬ ਸਰਕਾਰ ਤੇ ਪੰਜਾਬ ਰਾਜ ਭਵਨ ਵਿੱਚ ਤਲਖੀ ਦਾ ਜਿਹੜਾ ਇੱਕ ਦੌਰ ਚੱਲ ਰਿਹਾ ਉਹਦੇ ਵਿੱਚ ਇੱਕ ਹੋਰ ਇੱਕ ਕਹਾਣੀ ਦੀ ਐਂਟਰੀ ਕਹਿ ਲਓ ਜਾਂ ਚਿੱਠੀ ਦੀ ਐਂਟਰੀ ਕਹਿ ਲਓ ਔਰ ਜਿਸ ਹਿਸਾਬ ਨਾਲ ਇਹ ਪ੍ਰੈਸ ਰਿਲੀਜ਼ ਇਸ਼ੂ ਕੀਤਾ ਗਿਆ ਪੰਜਾਬ ਰਾਜ ਭਵਨ ਵੱਲੋਂ ਸਾਫ਼ ਲਿਖਿਆ ਗਿਆ ਕਿ ਜਿਹੜੀ ਚਿੱਠੀ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਪੰਜਾਬੀ ਵਿੱਚ ਇਹ ਚਿੱਠੀ ਜਾਰੀ ਕੀਤੀ ਗਈ ਹੈ। ਪੰਜਾਬ ਰਾਜ ਭਵਨ ਜੀ ਕੋਲ ਜਿਹੜੀ ਚਿੱਠੀ ਆਈ ਹੈ ਉਹ ਅੰਗਰੇਜ਼ੀ ਵਿੱਚ ਹੈ ਔਰ ਦੋਨੋਂ ਜੇ ਚਿੱਠੀਆਂ ਜੇ ਗੱਲ ਕਰੀਏ ਇਹਦੇ ਵਿੱਚ ਸ਼ਬਦਾਵਲੀ ਦਾ ਫਰਕ ਹੈ ਜਿਹੜਾ ਮੀਡੀਆ 'ਚ ਸਰਕੂਲੇਟ ਕੀਤੀ ਗਈ ਹੈ। ਇਹ ਰਾਜ ਭਵਨ ਦਾ ਕਹਿਣਾ ਹੈ ਔਰ ਜਵਾਬ ਮੰਗਿਆ ਗਿਆ ਪੰਜਾਬ ਰਾਜ ਭਵਨ ਵੱਲੋਂ। ਦੇਖੋ ਕੀ ਲਿਖਿਆ ਗਿਆ, ਵਰਡਿੰਗ ਦਾ ਫਰਕ ਹੈ ਕਿ ਇੰਗਲਿਸ਼ ਵਾਲਾ ਲੈਟਰ 'ਚ ਕੁਝ ਵਰਡਿੰਗ ਹੋ ਰਿਹਾ, ਹਾਲਾਂਕਿ ਐਗਜ਼ੈਕਟ ਉਹਨਾਂ ਨੇ ਲੈਟਰ ਇਸ਼ੂ ਦੱਸਿਆ ਨਹੀਂ, ਲੇਕਿਨ ਜਿਹੜੀ ਪੰਜਾਬੀ 'ਚ ਮੀਡੀਆ 'ਚ ਸਰਕੂਲੇਟ ਹੋਈ ਹੈ ਉਹਦਾ ਜ਼ਿਕਰ ਕੀਤਾ ਗਿਆ ਕਿ ਉਹਦੀ ਸ਼ਬਦਾਵਲੀ ਤੇ ਅੰਗਰੇਜ਼ੀ ਵਾਲੀ ਦੀ ਜਿਹੜੀ ਚਿੱਠੀ ਦੀ ਸ਼ਬਦਾਵਲੀ। ਔਰ ਇਹ ਵੀ ਸਵਾਲ ਪੁੱਛਿਆ ਗਿਆ ਕਿ ਆਖਿਰ ਇਹ ਦੋਨਾਂ ਚਿੱਠੀਆਂ ਵਿੱਚ ਅਸਲੀ ਚਿੱਠੀ ਕੌਣ ਹੈ, ਆਥੈਂਟਿਕ ਕੌਣ ਹੈ, ਯਾਨੀ ਕਿ ਇਹ ਪੁੱਛਿਆ ਗਿਆ, ਜਵਾਬ ਮੰਗਿਆ ਗਿਆ। ਔਰ ਇਹ ਵੀ ਪੁੱਛਿਆ ਗਿਆ ਕਿ ਰਾਜ ਭਵਨ ਚਿੱਠੀ ਭੇਜਣ ਤੋਂ ਪਹਿਲਾਂ ਇਹ ਚਿੱਠੀ ਪੰਜਾਬੀ ਵਾਲੀ ਚਿੱਠੀ ਮੀਡੀਆ 'ਚ ਸਰਕੂਲੇਟ ਕਿਉਂ ਕੀਤੀ ਗਈ, ਇਹਦਾ ਵੀ ਜਵਾਬ ਦਿੱਤਾ ਜਾਵੇ। ਹੁਣ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ, ਕਿਉਂਕਿ ਪੰਜਾਬ ਰਾਜ ਭਵਨ ਦੀ ਜਿਹੜੀ ਪ੍ਰੈਸ ਰਿਲੀਜ਼ ਸਾਫ਼ ਕਿਹਾ ਗਿਆ ਨਾਰਾਜ਼ਗੀ ਕਹਿ ਲਓ ਇਸ ਚਿੱਠੀ ਵਿੱਚ ਔਰ ਵਰਡਿੰਗ ਚਿੱਠੀ ਦੀ ਵਰਡਿੰਗ ਜਾਂ ਸ਼ਬਦਾਵਲੀ ਦੀ ਜਿਹੜੀ ਕੰਟੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਕੰਟੈਂਟ ਉਹ ਦੱਸਿਆ ਗਿਆ ਕਿ ਡਿਫਰੈਂਸ ਹੈ ਔਰ ਅਸਲੀ ਚਿੱਠੀ ਕੌਣ ਹੈ ਔਰ ਕਿਉਂ ਮੀਡੀਆ 'ਚ ਪੰਜਾਬੀ ਵਾਲੀ ਚਿੱਠੀ ਰਾਜ ਭਵਨ ਭੇਜਣ ਤੋਂ ਪਹਿਲਾਂ ਸਰਕੂਲੇਟ ਕੀਤੀ ਗਈ। ਜੀ ਵਿਜੇ ਤੇ ਹੁਣ ਉਹ ਚਿੱਠੀ ਹਲੇ ਉਮੇਸ਼ ਜਾਰੀ ਨਹੀਂ ਕੀਤੀ ਉਹਨਾਂ ਨੇ ਜਿਹੜੀ ਅੰਗਰੇਜ਼ੀ ਵਾਲੀ ਸੀ। ਜੀ ਉਹਨਾਂ ਨੇ ਅੰਗਰੇਜ਼ੀ ਵਾਲੀ ਚਿੱਠੀ ਦਾ ਜਾਰੀ ਨਹੀਂ ਕੀਤੀ ਕਿਉਂਕਿ ਪੰਜਾਬੀ ਵਾਲੀ ਤਾਂ ਪਹਿਲਾਂ ਆ ਚੁੱਕੀ ਸੀ। ਉਹਦੇ ਵਿੱਚ ਸਾਫ਼ ਕਿਹਾ ਗਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਵੀਸੀ ਉਹਨੂੰ ਲਾਉਣ ਲਈ ਕੋਈ ਜ਼ਰੂਰੀ ਨਹੀਂ ਹੈ, ਨਿਯਮਾਂ ਦਾ ਹਵਾਲਾ ਦਿੱਤਾ ਗਿਆ ਸੀ। ਅੰਗਰੇਜ਼ੀ ਵਾਲੀ ਚਿੱਠੀ ਜਿਹੜਾ ਲੈਟਰ ਹੈ ਉਹਨਾਂ ਨੇ ਮਿਲਾਨ ਕੀਤਾ ਹੋਣਾ, ਜਿਹੜੀ ਪੰਜਾਬੀ ਵਾਲੀ ਹੈ ਉਹਦੇ ਵਿੱਚ ਤਾਂ ਹੀ ਇਹ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਕਿ ਇਹ ਆਥੈਂਟਿਕ ਦੱਸੋ ਕਿਹੜੀ ਹੈ ਔਰ ਜੇ ਪੰਜਾਬੀ ਵਾਲੀ ਚਿੱਠੀ ਦੀ ਗੱਲ ਕਰੀਏ ਉਹ ਕਿਉਂ ਰਾਜ ਭਵਨ ਭੇਜਣ ਤੋਂ ਪਹਿਲਾਂ ਚਿੱਠੀ ਮੀਡੀਆ 'ਚ ਸਰਕੂਲੇਟ ਕਿਉਂ ਕੀਤੀ ਗਈ। ਯਾਨੀ ਹਜੇ ਤੱਕ ਜਿਹੜੇ ਚਿੱਠੀ ਦਾ ਕੰਟੈਂਟ ਸੀਗਾ ਜਿਸ ਦੇ ਵਿੱਚ ਰੂਲਸ ਦਾ ਜ਼ਿਕਰ ਕੀਤਾ ਸੀਗਾ ਕਿ ਪੀਏਯੂ ਐਗਰੀਕਲਚਰ ਦਾ ਜਿਹੜਾ ਐਕਟ ਹੈ ਉਹ ਐਗਰੀਕਲਚਰ ਐਕਟ ਜੋ ਪੰਜਾਬ ਤੇ ਹਰਿਆਣਾ ਦਾ ਸੀ ਉਸ ਦੇ ਮੁਤਾਬਕ ਨਿਯੁਕਤੀ ਹੋਈ ਹੈ ਵਾਈਸ ਚਾਂਸਲਰ ਦੀ, ਜਾਂ ਇੱਕ ਤਰੀਕੇ ਨਾਲ ਸਰਕਾਰ ਨੇ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਬਦਲਿਆ ਨਹੀਂ ਜਾਏਗਾ। ਸੋ ਉਸ ਤੇ ਕੋਈ ਗੱਲਬਾਤ ਨਹੀਂ ਹੋਈ ਹੈ, ਹਲੇ ਸਿਰਫ ਇਸੇ ਤੇ ਉਲਝਿਆ ਹੋਇਆ ਹੈ ਕਿ ਅੰਗਰੇਜ਼ੀ ਚਿੱਠੀ ਹੋ ਰਿਹਾ ਪੰਜਾਬੀ ਚਿੱਠੀ ਹੋ ਰਿਹਾ। ਬਿਲਕੁਲ, ਦੇਖੋ ਜੇ ਆਪਾਂ ਧਿਆਨ ਨਾਲ ਪੜ੍ਹੀਏ ਪੰਜਾਬ ਰਾਜ ਭਵਨ ਵੱਲੋਂ ਕੀ ਕਿਹਾ ਗਿਆ, ਉਹਨਾਂ ਨੇ ਕਿਹਾ ਗਿਆ ਕਿ ਜਿਹੜੀ ਲੈਟਰ ਹੈ ਮੀਡੀਆ ਨੂੰ ਦਿੱਤੀ ਗਈ ਹੈ ਪੰਜਾਬੀ ਵਿੱਚ ਔਰ ਰਿਟਨ ਬਾਏ ਚੀਫ ਮਿਨਿਸਟਰ ਉਹ ਲਿਖੀ ਗਈ ਹੈ, ਉਹ ਚਿੱਠੀ ਪੰਜਾਬ ਰਾਜ ਭਵਨ 'ਚ ਪਹੁੰਚੀ ਨਹੀਂ ਔਰ ਜਿਹੜਾ ਲੈਟਰ ਪਹੁੰਚਿਆ ਉਹ ਇੰਗਲਿਸ਼ ਪਹੁੰਚਿਆ। ਔਰ ਜਿਹੜਾ ਜੇ ਗੱਲ ਕਰੀਏ ਪੰਜਾਬੀ ਚਿੱਠੀ ਦੀ ਜਿੱਦਾਂ ਆਸੇ-ਪਾਸੇ ਤੋਂ ਕਈ ਵਾਰ ਪਹੁੰਚ ਵੀ ਜਾਂਦੀ ਹੈ ਅਫਸਰਾਂ ਵੱਲੋਂ ਚਿੱਠੀਆਂ ਪੰਜਾਬ ਰਾਜ ਭਵਨ ਪਹੁੰਚੀ ਹੋਣੀ, ਆਫੀਸ਼ੀਅਲ ਨਹੀਂ ਅਨਆਫੀਸ਼ੀਅਲ, ਤਾਂ ਉਹਨਾਂ ਕਿਹਾ ਕੰਟੈਂਟ ਉਹਦਾ ਅਲੱਗ ਹੈ। ਤਾਂ ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹ ਦੱਸਿਆ ਜਾਵੇ, ਪੰਜਾਬ ਰਾਜ ਭਵਨ ਨੇ ਸਾਫ਼ ਕਿਹਾ ਵੀ ਕਲੈਰੀਫਿਕੇਸ਼ਨ ਮੰਗੀ ਹੈ ਚੀਫ ਮਿਨਿਸਟਰ ਪੰਜਾਬ ਤੋਂ ਕਿ ਦੋ ਚਿੱਠੀਆਂ ਨੇ ਕਿ ਅਥੈਂਟਿਕ ਕਿਹੜੀ ਹੈ ਔਰ ਇਹ ਚਿੱਠੀ ਪੰਜਾਬੀ ਵਿੱਚ ਕਿਉਂ ਲਿਖੀ ਗਈ ਔਰ ਇਹਨੂੰ ਮੀਡੀਆ 'ਚ ਸਰਕੂਲੇਟ ਕਿਉਂ ਕੀਤਾ ਗਿਆ ਪੰਜਾਬ ਰਾਜ ਭਵਨ ਭੇਜਣ ਤੋਂ ਪਹਿਲਾਂ। ਬੜਾ ਕਲੀਅਰ ਹੈ ਵਿਜੈ, ਧਿਆਨ ਨਾਲ ਸ਼ਬਦਾਵਲੀ ਜਾਂ ਪ੍ਰੈਸ ਰਿਲੀਜ਼ ਦੀ ਗੱਲ ਕਰੀਏ ਸਾਫ਼ ਕਿਹਾ ਗਿਆ ਇਹ ਚਿੱਠੀ ਪੰਜਾਬੀ ਵਿੱਚ ਕਿਉਂ ਲਿਖੀ ਗਈ ਔਰ ਰਾਜ ਭਵਨ ਭੇਜਣ ਤੋਂ ਪਹਿਲਾਂ ਕਿਉਂ ਉਸ ਮੀਡੀਆ 'ਚ ਸਰਕੂਲੇਟ ਕੀਤੀ ਗਈ। ਫਿਰ ਚਿੱਠੀ ਅਸਲੀ ਕਿਹੜੀ ਹੈ, ਅੰਗਰੇਜ਼ੀ ਵਾਲੀ ਹੈ ਜਾਂ ਪੰਜਾਬੀ ਵਾਲੀ ਹੈ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਵਿਵਾਦ ਅੱਗੇ ਕਿੱਥੇ ਜਾ ਕੇ ਰੁਕੇਗਾ ਔਰ ਚਿੱਠੀ ਦਾ ਜਵਾਬ, ਕਿਉਂਕਿ ਰਾਜ ਭਵਨ ਦੀ ਚਿੱਠੀ ਹੈ ਤਾਂ ਜਵਾਬ ਦੇਣਾ ਪੈਣਾ ਵੀ ਸਰਕਾਰ ਨੂੰ, ਉਹ ਵੀ ਦੇਖਣਾ ਹੋਏਗਾ। ਬਿਲਕੁਲ ਬਿਲਕੁਲ, ਇਹ ਦੇਖਣਾ ਹੋਏਗਾ ਕਿਸ ਪਾਸੇ ਵੱਲ ਸਥਿਤੀ ਜਾ ਰਹੀ ਹੈ। ਨੀਲ ਗਰਗ ਜੁੜੇ ਨੇ ਸਾਡੇ ਨਾਲ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ। ਗਰਗ ਸਾਹਿਬ, ਇਹ ਕੀ ਚੱਲ ਕੀ ਰਿਹਾ ਹੈ? ਮਤਲਬ ਅਸੀਂ ਖੁਦ ਨਹੀਂ ਸਮਝ ਪਾ ਰਹੇ ਕਿ ਇਹ ਕੀ ਹੋ ਰਿਹਾ ਹੈ। ਸਰਕਾਰ ਮੀਡੀਆ ਨੂੰ ਚਿੱਠੀ ਜਾਰੀ ਕਰਦੀ ਹੈ, ਉਹ ਚਿੱਠੀ ਪੰਜਾਬੀ 'ਚ ਹੈ, ਮੀਡੀਆ ਨੂੰ ਅੰਗਰੇਜ਼ੀ ਦੀ ਚਿੱਠੀ ਆਈ ਨਹੀਂ। ਰਾਜ ਭਵਨ ਚਿੱਠੀ ਜਾਂਦੀ ਹੈ, ਅੰਗਰੇਜ਼ੀ ਜਾਂਦੀ ਹੈ, ਉਹ ਕਹਿੰਦੇ ਆ ਕੰਟੈਂਟ ਵੱਖਰਾ ਹੈ। ਕੀ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਸਰਕਾਰ ਮੀਡੀਆ 'ਚ ਕੁਝ ਵੱਖਰੇ ਤਰੀਕੇ ਨਾਲ ਬਿਆਨ ਦੇਣਾ ਚਾਹੁੰਦੀ ਹੈ ਔਰ
ਜਿਹੜੀ ਗਵਰਨਰ ਸਾਹਿਬ ਨੂੰ ਚਿੱਠੀ ਭੇਜੀ ਗਈ ਹੈ ਉਹਦੀ ਇਬਾਰਤ ਵੱਖਰੀ ਲਿਖੀ ਗਈ ਹੈ? नहीं जी, ऐसा कुछ नहीं है कि मीडिया ਨੂੰ ਕੋਈ ਹੋਰ ਜਾਣਕਾਰੀ ਦੇਣੀ ਹੈ, ਗਵਰਨਰ ਸਾਹਿਬ ਨੂੰ ਕੋਈ ਹੋਰ ਜਾਣਕਾਰੀ ਦੇਣੀ ਹੈ, ऐसा कुछ भी नहीं है। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਗਵਰਨਰ ਸਾਹਿਬ ਦੀ ਚਿੱਠੀ ਦਾ ਜਿਹੜਾ ਹੈ ਉਹ ਜਵਾਬ ਦਿੱਤਾ ਹੈਗਾ। ਪੂਰੀ ਡਿਟੇਲ ਜਿਹੜੀ ਦਿੱਤੀ ਗਈ ਇਸ ਤਰੀਕੇ ਨਾਲ ਜਿਹੜੇ ਗਵਰਨਰ ਸਾਹਿਬ ਨੇ ਉਹ ਪੰਜਾਬ ਦੇ ਚੁਣੀ ਹੋਈ ਸਰਕਾਰ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ, ਜਿਸ ਨਾਲ ਪੰਜਾਬ ਦੀ ਚੁਣੀ ਹੋਈ ਸਰਕਾਰ ਦਾ ਕੰਮ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ। ਖਾਸ ਕਰਕੇ ਜਦੋਂ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਜਿਹੜਾ VC ਦੀ ਜਿਹੜੀ ਹੈ ਨਿਯੁਕਤੀ ਕਰਨੀ ਹੈ ਉਹ ਗਵਰਨਰ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਨਹੀਂ ਆਉਂਦਾ। ਜਿਹੜਾ ਕਾਨੂੰਨ ਐਕਟ ਬਣਿਆ ਹੋਇਆ ਹੈਗਾ 1970 ਦਾ, ਉਹਦੇ ਮੁਤਾਬਕ ਜਿਹੜਾ ਅਧਿਕਾਰ ਜਿਹੜਾ ਹੈਗਾ ਉੱਥੋਂ ਦੇ ਬੋਰਡ ਦੇ ਕੋਲੇ ਹੈਗੇ ਆ, ਨਿਯੁਕਤੀ ਉਹਨਾਂ ਨੇ ਕਰਨੀ ਹੈਗੀ ਹੈ। ਉਹ ਉਸ ਬਿਲਕੁਲ ਉਸੇ ਅਧਿਕਾਰ ਦੇ ਤਹਿਤ ਨਿਯੁਕਤੀ ਹੋਈ ਹੈ, ਉਸ ਤੋਂ ਪਹਿਲਾਂ ਵੀ ਨਿਯੁਕਤੀਆਂ ਹੁੰਦੀਆਂ ਰਹੀਆਂ ਨੇ। ਪਰ ਪਤਾ ਨਹੀਂ ਕਿਉਂ ਜਿਹੜਾ ਹੈ ਗਵਰਨਰ ਸਾਹਿਬ ਅਨਸੈਸਰਲੀ ਜਿਹੜਾ ਹੈਗਾ ਇਸ ਤਰੀਕੇ ਦੇ ਅੜਿੱਕੇ ਢਾ ਰਹੇ ਨੇ ਸਰਕਾਰ ਦੀ ਚੁਣੀ ਹੋਈ ਸਰਕਾਰ ਦੇ ਰਾਸਤੇ। ਉਹਦਾ ਜਵਾਬ ਜਿਹੜਾ ਉਹ ਦਿੱਤਾ ਹੈਗਾ, ਉਹੀ ਜਵਾਬ ਜਾਨੀ ਕਿ ਉਹਨਾਂ ਨੇ ਟਵੀਟ ਵੀ ਕੀਤਾ ਹੈਗਾ। ਔਰ ਜੇ ਗੱਲ ਮੀਡੀਆ ਦੀ ਕੀਤੀ ਜਾਵੇ ਕਿ ਮੀਡੀਆ ਚਿੱਠੀ ਕਿਉਂ ਗਈ, ਚਿੱਠੀ ਤੇ ਗਵਰਨਰ ਸਾਹਿਬ ਵਿੱਚ ਹੈ। ਇਹ ਜਿਹੜੀ ਗਵਰਨਰ ਸਾਹਿਬ ਦਾ ਬਿਆਨ ਆਇਆ ਹੈ, ਅਫੀਸ਼ੀਅਲ ਬਿਆਨ ਹੈ ਰਾਜ ਭਵਨ ਦਾ, ਇਹ ਉਸ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਚਿੱਠੀ ਪਹਿਲਾਂ ਕਿਉਂ ਰਿਲੀਜ਼ ਕੀਤੀ ਗਈ। ਅਸੀਂ ਤੇ ਖੈਰ ਅਸੀਂ ਤੇ ਗਰਗ ਸਾਹਿਬ ਅਸੀਂ ਤੇ ਚਾਹੁੰਦੇ ਹੁੰਦੇ ਆ ਕਿ ਸਾਡੇ ਕੋਲੇ ਜਾਣਕਾਰੀ ਪਹਿਲਾਂ ਆਵੇ, ਅਸੀਂ ਤੇ ਉਸ ਚੀਜ਼ ਨੂੰ ਅਪੋਜ਼ ਕਰਦੇ ਨਹੀਂ। ਇਹ ਤੇ ਇੱਕ ਆਪਸੀ ਟੈਕਨੀਕਲ ਇਸ਼ੂ ਹੈ ਜਿਹੜਾ ਮੈਂ ਤੇ ਤੁਹਾਡੇ ਜਰੀਏ ਹੀ ਇੱਕ ਸਵਾਲ ਉਠਾਉਣਾ ਚਾਹੁੰਦਾ ਵਾਂ ਵੀ ਜੇਕਰ ਇਹ ਚਿੱਠੀ ਮੀਡੀਆ ਦੇ ਵਿੱਚ ਗਈ ਹੈ ਕਿ ਕੋਈ ਟਵੀਟ ਕੀਤਾ ਮੁੱਖ ਮੰਤਰੀ ਨੇ, ਚਿੱਠੀ ਤੇ ਗਵਰਨਰ ਸਾਹਿਬ ਵਾਲੀ ਵੀ ਮੀਡੀਆ ਦੇ ਵਿੱਚ ਸੀ, ਫਿਰ ਉਹ ਗਵਰਨਰ ਸਾਹਿਬ ਵਾਲੀ ਚਿੱਠੀ ਮੀਡੀਆ ਦੇ ਵਿੱਚ ਕਿਵੇਂ ਆ ਗਈ? ਸੋ ਮੇਰਾ ਕਹਿਣ ਦਾ ਮਤਲਬ ਹੈ ਇਹ ਤਾਂ ਜਾਨੀ ਕਿ ਚਿੱਠੀ ਪੱਤਰ ਚੱਲਦੇ ਰਹੇ ਨੇ, ਪਰ ਅਸਲੀਅਤ ਇਹ ਹੈਗੀ ਹੈ ਗਵਰਨਰ ਸਾਹਿਬ ਜਿਹੜੇ ਹੈਗੇ ਉਹ ਬਿਨਾਂ ਮਤਲਬ ਤੋਂ ਰਾਜਨੀਤਿਕ ਦਖਲ ਅੰਦਾਜ਼ੀ ਜਿਹੜੀ ਹੈ ਉਹ ਇਸ ਸਰਕਾਰ ਦੇ ਵਿੱਚ ਕਰ ਰਹੇ ਨੇ ਔਰ ਸਰਕਾਰ ਨੂੰ ਕੰਮ ਦੇ ਵਿੱਚ ਰੁਕਾਵਟ ਬਣ ਰਹੇ ਨੇ। ਔਰ ਇਹ ਸਾਰਾ ਕੁਝ ਹੋ ਸੈਂਟਰ ਦੇ ਇਸ਼ਾਰੇ ਤੇ ਰਿਹਾ ਹੈਗਾ, ਕਿਉਂਕਿ ਜਿਸ ਤਰੀਕੇ ਨਾਲ ਗੁਜਰਾਤ ਦੇ ਵਿੱਚ ਤੇ ਔਰ ਹਿਮਾਚਲ ਦੇ ਵਿੱਚ BJP ਦੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕ ਰਹੀ ਹੈ ਤੇ ਉਹ ਗਵਰਨਰ ਹਾਊਸ ਨੂੰ ਉਹਨਾਂ ਨੇ ਆਪਣੀ ਰਾਜਨੀਤੀ ਦਾ ਉਹ ਜਾਨੀ ਕਿ ਕਹਿੰਦੇ ਹੱਬ ਬਣਾ ਲਈ ਹੈਗੀ। ਜਿਹੜੇ ਕਿ ਇਲਜ਼ਾਮ ਪਹਿਲਾਂ BJP ਜਦੋਂ ਮੁੱਖ ਮੰਤਰੀ ਹੁੰਦੇ ਸੀ ਨਰਿੰਦਰ ਮੋਦੀ ਜੀ ਗੁਜਰਾਤ ਦੇ, ਇਹ ਮਸਲੇ ਉਠਾਉਂਦੇ ਰਹੇ ਨੇ, ਉਹ ਅੱਜ ਆਪ ਕਰ ਵੀ ਉਹੀ ਰਹੇ ਨੇ। ਸੋ ਤੁਹਾਨੂੰ ਨਹੀਂ ਲੱਗਦਾ ਗਰਗ ਸਾਹਿਬ ਕਿ ਜਿਹੜੀ ਇਸ ਤਰੀਕੇ ਦੀ ਟਸਲ ਹੈ, ਇੱਕ ਤੇ ਇਹਦੇ ਨਾਲ ਸੰਦੇਸ਼ ਬਹੁਤ ਗਲਤ ਜਾਂਦਾ ਹੈ ਬਾਹਰ, ਚਾਹੇ ਕਿਸੇ ਵੱਲੋਂ ਵੀ ਹੋਵੇ। ਮੈਂ ਇਹ ਨਹੀਂ ਜ਼ਿਕਰ ਕਰਦਾ ਕਿ ਸਰਕਾਰ ਦਾ ਇਹ ਤਰਕ ਹੈ ਜਾਂ ਗਵਰਨਰ ਹਾਊਸ ਦਾ ਇਹ ਤਰਕ ਹੈ, ਕਿਸੇ ਵੱਲੋਂ ਵੀ ਹੋਵੇ, ਇਸ ਦਾ ਸੰਦੇਸ਼ ਬਾਹਰ ਬਹੁਤ ਲੋਕਾਂ ਦੇ ਵਿੱਚ ਪਬਲਿਕ ਐਕਸਪੈਕਟ ਕਰਦੀ ਹੈ ਕਿ ਸਾਡੇ ਕੰਮ ਹੋਣਗੇ ਤੇ ਸਰਕਾਰ ਚਿੱਠੀ 'ਚ ਲੜਾਈ ਲੜ ਰਹੀ ਹੈ। ਮੁੱਖ ਮੰਤਰੀ ਸਾਹਿਬ ਨੇ ਵੀ ਇਸੇ ਚੀਜ਼ ਦਾ ਜ਼ਿਕਰ ਕੀਤਾ ਹੈ। ਜੇ ਚਿੱਠੀ ਦਾ ਤੁਸੀਂ ਪੂਰਾ ਕੰਟੈਂਟ ਪੜੋ, ਉਹਦੇ 'ਚ ਵੀ ਕਹਿੰਦੇ ਵੀ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਿਹੜੀ ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਕਰਦੀ ਹੈਗੀ ਹੈ। ਤੁਹਾਡੀਆਂ ਇਹੋ ਜਿਹੀਆਂ ਚਿੱਠੀਆਂ ਦੇ ਨਾਲ ਉਹਨਾਂ ਨੇ ਬਲਕਿ ਇਹ ਵੀ ਆਖਿਆ ਕਿ ਤੁਸੀਂ ਬਹੁਤ ਅੱਛੇ ਹੋ, ਪਰ ਲੱਗਦਾ ਤੁਹਾਡੇ ਤੋਂ ਕੋਈ ਕਰਵਾ ਰਿਹਾ ਕੰਮ, ਠੀਕ ਹੈ ਨਾ। ਜ਼ਿਕਰ ਇਸੇ ਚੀਜ਼ ਦਾ ਹੀ ਹੈ ਕਿ ਇਹਨਾਂ ਚਿੱਠੀਆਂ ਦੇ ਨਾਲ ਜਿਹੜਾ ਹੈ ਕੰਮ ਪ੍ਰਭਾਵਿਤ ਹੁੰਦਾ ਹੈਗਾ। ਲੋਕਤੰਤਰ ਦੇ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਹੜੀ ਸਰਕਾਰ ਤਾਂ ਹੀ ਬਣਾਉਂਦੇ, ਅਦਰਵਾਈਜ਼ ਤਾਂ ਫਿਰ ਨੁਮਾਇੰਦੇ ਚੁਣਨ ਦੀ ਜ਼ਰੂਰਤ ਨਹੀਂ ਹੈਗੀ ਹੈ। ਸੋ ਇਸ ਕਰਕੇ ਉਹਨਾਂ ਨੂੰ ਇਹੀ ਬੇਨਤੀ ਕੀਤੀ ਉਸ ਚਿੱਠੀ ਦੇ ਵਿੱਚ ਵੀ ਕਿ ਕਿਸੇ ਤਰ੍ਹਾਂ ਦੇ ਜਿਹੜੀ ਕਿ ਕਾਨੂੰਨ ਦਾ ਜਾਂ UGC ਦੀ ਜਿਹੜੀ ਕਿ ਜਾਂ ਬਾਕੀ ਦੇ ਜਿਹੜੇ ਹੈਗੇ ਆ ਲਾਅ ਨੂੰ ਫਲੋਟ ਨਹੀਂ ਕੀਤਾ ਗਿਆ, ਬਾਈਪਾਸ ਨਹੀਂ ਕੀਤਾ ਗਿਆ। ਹਰ ਕੰਮ ਜਿਹੜਾ ਹੈਗਾ ਸੰਵਿਧਾਨ ਦੇ ਮੁਤਾਬਕ ਚੱਲਦਾ। ਔਰ ਦੂਸਰੀ ਗੱਲ, ਸਾਡੇ ਸੰਵਿਧਾਨ ਦੇ ਵਿੱਚ ਗਵਰਨਰ ਦੀਆਂ ਆਪਣੀਆਂ ਸ਼ਕਤੀਆਂ ਨੇ, ਕੇਂਦਰ ਸਰਕਾਰ ਦੀਆਂ ਆਪਣੀਆਂ ਸ਼ਕਤੀਆਂ ਨੇ, ਰਾਜ ਸਰਕਾਰ ਦੀਆਂ ਆਪਣੀਆਂ ਸ਼ਕਤੀਆਂ ਨੇ। ਸੋ ਬਿਹਤਰ ਇਹੀ ਹੁੰਦਾ ਹੈ ਕਿ ਜਦੋਂ ਕੋਈ ਵੀ ਜਿਹੜਾ ਹੈ ਸ਼ਖਸ ਹੈਗਾ ਦੂਸਰੀ ਦੀਆਂ ਸ਼ਕਤੀਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ ਤਾਂ ਲੋਕਤੰਤਰ ਦੇ ਵਿੱਚ ਕੰਮ ਵਧੀਆ ਢੰਗ ਨਾਲ ਹੁੰਦੇ। ਅਸੀਂ ਵੀ ਇਹੀ ਬੇਨਤੀ ਕੀਤੀ ਹੈ ਗਵਰਨਰ ਸਾਹਿਬ। ਧੰਨਵਾਦ ਗਰਗ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਰੱਖਣ ਲਈ। ਤਾਂ ਇਸ ਵੇਲੇ ਇੱਕ ਤਰੀਕੇ ਨਾਲ ਚਿੱਠੀਆਂ ਦੀ ਲੜਾਈ ਸ਼ੁਰੂ ਹੋ ਗਈ ਹੈ, ਕਿਉਂਕਿ ਕਈ ਵਾਰ ਅਸੀਂ ਟਵੀਟ ਵਾਰ ਦਾ ਜ਼ਿਕਰ ਕਰਦੇ ਹਾਂ, ਕਈ ਵਾਰੀ ਸੋਸ਼ਲ ਮੀਡੀਆ ਤੇ ਵਾਰ ਚੱਲਦੀ ਹੈ, ਪਰ ਇਹ ਚਿੱਠੀਆਂ ਦੀ ਜਿਹੜੀ ਹੈ ਉਹ ਲੜਾਈ ਸ਼ੁਰੂ ਹੋ ਗਈ ਹੈ। ਪਹਿਲਾਂ ਇੱਕ ਚਿੱਠੀ ਜਾਂਦੀ ਹੈ, ਫਿਰ ਜਵਾਬ 'ਚ ਦੂਜੀ ਚਿੱਠੀ ਆਉਂਦੀ ਹੈ, ਫਿਰ ਉਹ ਚਿੱਠੀ ਬਾਰੇ ਜਦੋਂ ਖਬਰਾਂ ਚੱਲਦੀਆਂ ਨੇ ਤਾਂ ਤੀਜੀ ਪ੍ਰੈਸ ਰਿਲੀਜ਼ ਆ ਜਾਂਦੀ ਹੈ ਕਿ ਇਹ ਚਿੱਠੀ ਇਹਨਾਂ 'ਚੋਂ ਕਿਹੜੀ ਸਹੀ ਹੈ। ਇੱਕ ਪੰਜਾਬੀ ਦੀ ਚਿੱਠੀ ਹੈ, ਇੱਕ ਅੰਗਰੇਜ਼ੀ ਦੀ ਚਿੱਠੀ ਹੈ। ਪੰਜਾਬੀ ਦੀ ਚਿੱਠੀ ਮੀਡੀਆ ਨੂੰ ਆਈ ਹੈ, ਅੰਗਰੇਜ਼ੀ ਦੀ ਚਿੱਠੀ ਰਾਜ ਭਵਨ ਦੇ ਵਿੱਚ ਭੇਜੀ ਗਈ ਹੈ ਔਰ ਰਾਜ ਭਵਨ ਇਹ ਕਹਿ ਰਿਹਾ ਹੈ ਕਿ ਦੋਨਾਂ ਚਿੱਠੀਆਂ ਦੀ ਵਰਡਿੰਗ ਦੇ ਵਿੱਚ, ਦੋਨਾਂ ਚਿੱਠੀਆਂ ਦੀ ਇਬਾਰਤ ਦੇ ਵਿੱਚ ਫਰਕ ਹੈ। ਸੋ ਕਿਸ ਪਾਸੇ ਵੱਲ ਇਹ ਜਿਹੜਾ ਕਲੈਸ਼ ਹੈ ਜਾਂ ਇਹ ਜਿਹੜਾ ਵਿਵਾਦ ਹੈ ਉਹ ਜਾਂਦਾ ਦਿਖਾਈ ਦੇ ਰਿਹਾ ਹੈ, ਇਹ ਇਸ ਵੇਲੇ ਹਰ ਕੋਈ ਜਾਣਨਾ ਚਾਹੁੰਦਾ ਹੈ। ਤੇ ਹੁਣ ਅਹਿਮ ਖਬਰਾਂ ਤੇ ਨਜ਼ਰ ਪਾਉਂਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ।